ਸਤਿ ਸ਼੍ਰੀ ਅਕਾਲ ਜੀ। ਖਬਰ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਬਾਰੇ ਪਿਛਲੇ ਦਿਨਾਂ ਦੌਰਾਨ ਸਾਹਮਣੇ ਆਈਆਂ ਕੁਝ ਖਾਸ ਅਪਡੇਟਸ ਅਤੇ ਨਵੇਂ ਐਲਾਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਸੂਬੇ ਕਿਊਬਿਕ ਤੋਂ ਇਮੀਗ੍ਰੇਸ਼ਨ ਬਾਰੇ ਵੱਡਾ ਐਲਾਨ। ਕੈਨੇਡਾ 'ਚ ਵਿਜ਼ਿਟਰ ਵੀਜ਼ਾ ਵਾਲਿਆਂ ਨੂੰ ਲੱਗੀਆਂ ਮੌਜਾਂ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਹੋਇਆ ਪ੍ਰਵਾਸੀਆਂ ਤੇ ਰੱਜ ਕੇ ਮਿਹਰਬਾਨ। ਕੈਨੇਡਾ ਤੇ ਭਾਰਤ ਵਿੱਚ ਸਥਿਤ VACs ਦੇ ਵਿੱਚ ਨਵੀਂ ਸਰਵਿਸ ਹੋਈ ਸ਼ੁਰੂ। ਜਾਣੋ ਕਿਹੜੀ ਕੈਟਾਗਰੀ ਲਈ ਹੋਇਆ ਐਲਾਨ। ਕੈਨੇਡਾ ਦੇ 2 ਸੂਬਿਆਂ ਨੇ ਕੱਢੇ ਨਵੇਂ PNP ਡਰਾ, ਵੱਡੀ ਗਿਣਤੀ ਵਿੱਚ ਜਾਰੀ ਕੀਤੇ ਸੱਦੇ। ਕੈਨੇਡਾ ਆਉਣ ਵਾਲੇ ਨਵੇਂ ਲੋਕਾਂ ਦੇ ਲਈ IRCC ਨੇ ਜਾਰੀ ਕੀਤੀ ਨਵੀਂ ਅਪਡੇਟ। ਚਲੋ ਹੁਣ ਸ਼ੁਰੂਆਤ ਕਰਦੇ ਹਾਂ ਪਹਿਲੀ ਅਪਡੇਟਸ ਤੋਂ ਅਤੇ ਇਹ ਖਬਰ ਹੈ ਕੈਨੇਡਾ ਦੇ ਸੂਬੇ ਕਿਊਬਿਕ ਦੇ ਬਾਰੇ। ਸੂਬੇ ਕਿਊਬਿਕ ਦੇ ਵੱਲੋਂ ਇਮੀਗ੍ਰੇਸ਼ਨ ਦੇ ਸੰਬੰਧੀ ਇੱਕ ਖਾਸ ਐਲਾਨ ਕੀਤਾ ਗਿਆ ਹੈ। ਬਜਟ ਦੇ ਵਿੱਚ $286 ਮਿਲੀਅਨ ਰੱਖੇ ਗਏ ਨੇ ਇਮੀਗ੍ਰੇਸ਼ਨ ਦੇ ਵਾਸਤੇ, ਤਾਂ ਕਿ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਇੱਥੇ ਆਉਣ ਦੇ ਲਈ ਆਕਰਸ਼ਿਤ ਕੀਤਾ ਜਾ ਸਕੇ। ਕਿਊਬਿਕ ਦੇ ਵੱਲੋਂ ਇਮੀਗ੍ਰੇਸ਼ਨ ਦੇ ਲਈ ਐਲਾਨੇ ਗਏ ਇਸ ਬਜਟ ਦੀ ਰਕਮ ਦੀ ਵਰਤੋਂ ਅਲੱਗ-ਅਲੱਗ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਜ਼ਰੀਏ ਕੀਤੀ ਜਾਵੇਗੀ। ਇੱਥੇ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਕਿਊਬਿਕ ਦੀ ਮੌਜੂਦਾ ਸਰਕਾਰ ਦੇ ਵੱਲੋਂ ਆਪਣਾ ਇਹ ਤੀਸਰਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਾਸਤੇ $246 ਮਿਲੀਅਨ ਦਾ ਬਜਟ ਦਾ ਐਲਾਨ ਕੀਤਾ ਗਿਆ ਹੈ। ਪ੍ਰਵਾਸੀਆਂ ਨੂੰ ਯਾਨੀ ਕਿ ਇੰਟੀਗ੍ਰੇਟਡ ਇਮੀਗ੍ਰੈਂਟਸ ਨੂੰ ਆਕਰਸ਼ਿਤ ਕਰਨ ਦੇ ਵਾਸਤੇ ਕਿਊਬਿਕ ਦੇ ਵੱਲੋਂ $286 ਮਿਲੀਅਨ ਦੀ ਕਮਿਟਮੈਂਟ ਕੀਤੀ ਗਈ ਹੈ। ਕਿਊਬਿਕ ਦੇ ਨਵੇਂ ਬਜਟ ਦੇ ਵਿੱਚ ਆਰਥਿਕਤਾ ਦੇ ਲਈ ਇਮੀਗ੍ਰੇਸ਼ਨ ਨੂੰ ਵਧਾਉਣਾ ਸ਼ਾਮਿਲ ਕੀਤਾ ਗਿਆ। ਕਿਊਬਿਕ ਦੇ ਵਿੱਤ ਮੰਤਰੀ ਵੱਲੋਂ 2021 ਤੋਂ ਲੈ ਕੇ 2022 ਦੇ ਪ੍ਰੋਵਿੰਸ਼ੀਅਲ ਬਜਟ ਮਾਰਚ 25 ਨੂੰ ਪੇਸ਼ ਕੀਤਾ ਗਿਆ। ਇਸ ਬਜਟ ਦੇ ਵਿੱਚ 3 ਸਾਲਾਂ ਦੇ ਲਈ ਇਮੀਗ੍ਰੇਸ਼ਨ ਦੇ ਵਾਸਤੇ $246 ਮਿਲੀਅਨ ਰੱਖੇ ਗਏ। MIFI ਦੇ ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਫੰਡਿੰਗ ਦੇ ਨਾਲ ਜਿਹੜੇ ਨਵੇਂ ਇਮੀਗ੍ਰੈਂਟਸ ਫ੍ਰੈਂਚ ਕੋਰਸ ਲੈ ਰਹੇ ਹਨ ਉਹਨਾਂ ਦੀ ਮਦਦ ਕੀਤੀ ਜਾਵੇਗੀ। ਕਿਊਬਿਕ ਦੀ ਸਰਕਾਰ ਦੇ ਵੱਲੋਂ ਇੰਟਰ ਡਿਪਾਰਟਮੈਂਟ ਐਕਸ਼ਨ ਪਲਾਨ ਅਪਣਾਇਆ ਜਾ ਰਿਹਾ ਹੈ। $130 ਮਿਲੀਅਨ ਦੀ ਵਰਤੋਂ 2 ਸਾਲਾਂ ਦੇ ਲਈ ਇਮੀਗ੍ਰੈਂਟਸ ਸਕਿੱਲਸ ਦੇ ਉੱਪਰ ਖਰਚ ਕੀਤੀ ਜਾਵੇਗੀ। ਕਿਊਬਿਕ ਦੀ ਮੌਜੂਦਾ ਸਰਕਾਰ 2018 ਤੋਂ ਹੀ ਸੱਤਾ ਦੇ ਵਿੱਚ ਹੈ ਅਤੇ ਇਹ ਉਹਨਾਂ ਦਾ 3rd ਬਜਟ ਹੈ ਜੋ ਪੇਸ਼ ਕੀਤਾ ਗਿਆ ਹੈ। ਇਸ ਸਾਲ ਕਿਊਬਿਕ ਦਾ ਟੀਚਾ ਹੈ ਕਿ 27,500 ਤੋਂ ਲੈ ਕੇ 29,300 ਦੇ ਵਿਚਕਾਰ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਹ ਸਵਾਗਤ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਕੀਤਾ ਜਾਵੇਗਾ, ਜਿਸ ਦੇ ਵਿੱਚ 24,200 ਸਕਿਲਡ ਵਰਕਰ ਸ਼ਾਮਿਲ ਹਨ। ਇਹਨਾਂ ਵਿੱਚੋਂ 4300 ਨਵੇਂ ਇਮੀਗ੍ਰੈਂਟਸ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਹੋਣਗੇ। 10,200 ਨਵੇਂ PR ਫੈਮਿਲੀ ਸਪਾਂਸਰਸ਼ਿਪ ਰਿਫਿਊਜੀ ਐਟ ਅਦਰ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਹੋਣਗੇ। ਨਾਲ ਹੀ 800 ਲਿਵ ਇਨ ਕੇਅਰ ਗਿਵਰਸ ਦੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋਣਗੇ। ਹੁਣ ਰੁੱਖ ਕਰਦੇ ਹਾਂ ਦੂਸਰੀ ਅਪਡੇਟ ਦੇ ਵੱਲ। ਕੈਨੇਡਾ ਦੇ ਵਿਜ਼ਟਰ ਵਾਲਿਆਂ ਨੂੰ ਲੱਗੀਆਂ ਮੌਜਾਂ। ਕੈਨੇਡਾ ਤੋਂ ਵਿਜ਼ਟਰ ਵੀਜ਼ਾ ਵਾਲਿਆਂ ਲਈ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਦ ਕਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਬਹੁਤ ਕੈਨੇਡੀਅਨ ਸਿਟੀਜ਼ਨ ਅਤੇ PR ਦੂਸਰੇ ਮੁਲਕਾਂ ਦੇ ਵਿੱਚ ਫਸ ਗਏ ਸਨ, ਕਿਉਂਕਿ ਲੋਕਡਾਊਨ ਲੱਗ ਗਿਆ ਸੀ। ਅਤੇ ਨਾਲ ਹੀ ਵਰਕ ਪਰਮਿਟ ਹੋਲਡਰਸ ਵੀ ਜੋ ਕੈਨੇਡਾ ਵਾਪਸ ਆਉਣਾ ਚਾਹੁੰਦੇ ਸਨ, ਉਹ ਕਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕੈਨੇਡਾ ਵਾਪਸ ਨਹੀਂ ਆ ਸਕੇ। ਅਤੇ ਨਾਲ ਹੀ ਕੁਝ ਲੋਕ ਅਜਿਹੇ ਵੀ ਸਨ ਜੋ ਕੈਨੇਡਾ ਵਿਜ਼ਟਰ ਵੀਜ਼ਾ ਦੇ ਉੱਪਰ ਆਏ ਹੋਏ ਸਨ, ਪਰ ਉਹ ਆਪਣੇ ਮੁਲਕ ਦੇ ਵਿੱਚ ਵਾਪਸ ਨਹੀਂ ਜਾ ਸਕੇ, ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ 19 ਦਿਨੀ ਸਖਤ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ ਅਤੇ ਵਿਜ਼ਟਰ ਵੀਜ਼ਾ ਦੇ ਕੈਨੇਡਾ ਵਿੱਚ ਆਏ ਲੋਕ ਕੈਨੇਡਾ ਵਿੱਚ ਹੀ ਫਸ ਗਏ। ਅਤੇ ਕੈਨੇਡਾ ਸਰਕਾਰ ਦੇ ਵੱਲੋਂ ਇਹਨਾਂ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਲੋਕਾਂ ਦੇ ਲਈ ਇੱਕ ਨਵੀਂ ਪਾਲਿਸੀ ਦਾ ਐਲਾਨ ਵੀ ਕੀਤਾ ਗਿਆ ਸੀ 24 ਅਗਸਤ 2020 ਨੂੰ। ਅਤੇ ਇਸ ਨਵੀਂ ਪਾਲਿਸੀ ਨੂੰ ਬਣਾਉਣ ਦਾ ਨਾਲ ਹੀ ਵਿਦੇਸ਼ੀ ਨਾਗਰਿਕ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਦੇ ਉੱਪਰ ਆਏ ਹੋਏ ਸਨ, ਉਹ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਸਨ। ਅਤੇ ਇਸ ਪਾਲਿਸੀ ਦੇ ਲਈ ਆਖਰੀ ਤਰੀਕ 31 ਮਾਰਚ 2021 ਰੱਖੀ ਗਈ ਸੀ। ਅਤੇ ਹੁਣ ਫਿਰ ਇੱਕ ਵਾਰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਪਾਲਿਸੀ ਦੇ ਸਮੇਂ ਦੀ ਮਿਆਦ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਅਤੇ ਹੁਣ ਜੋ ਲੋਕ ਕੈਨੇਡਾ ਦੇ ਵਿੱਚ ਮੌਜੂਦ ਹਨ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਇਸ ਪਾਲਿਸੀ ਦਾ ਫਾਇਦਾ ਲੈ ਸਕਦੇ ਹਨ। ਪਰ ਇੱਥੇ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਇਸ ਨਵੀਂ ਪਾਲਿਸੀ ਦੇ ਅਧੀਨ ਅਪਲਾਈ ਕਰਨ ਦੇ ਲਈ ਉਮੀਦਵਾਰ ਨੂੰ ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਅਤੇ ਐਲੀਜੀਬਲ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਇਹ ਕਿ ਜੋ ਵੀ ਉਮੀਦਵਾਰ ਇਸ ਪਾਲਿਸੀ ਦੇ ਅਧੀਨ ਵਰਕ ਪਰਮਿਟ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੈਅ ਕੀਤੀਆਂ ਗਈਆਂ ਨੇ। ਅਗਰ ਤੁਸੀਂ ਵੀ ਇਸ ਪਾਲਿਸੀ ਦੇ ਵਿੱਚ ਅਪਲਾਈ ਕਰਨ ਦੇ ਲਈ ਜੋ ਐਲੀਜੀਬਲ ਰਿਕੁਆਇਰਮੈਂਟ ਨੇ, ਮਤਲਬ ਕਿ ਜੋ ਸ਼ਰਤਾਂ ਹਨ ਉਹਨਾਂ ਦੇ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਇੱਕ ਵਾਰ ਕੈਨੇਡਾ ਗੌਰਮੈਂਟ ਦੀ ਵੈਬਸਾਈਟ ਦੇ ਉੱਪਰ ਵਿਜ਼ਿਟ ਕਰ ਲਵੋ।
ਅਤੇ ਇੱਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵੱਲੋਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਵਿੱਚ ਮੌਜੂਦ ਉਹਨਾਂ ਲੋਕਾਂ ਦੇ ਲਈ ਬਣਾਈ ਗਈ ਪਾਲਿਸੀ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਹੈ ਅਤੇ ਹੁਣ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਮੌਜੂਦ ਉਹ ਲੋਕ ਜਿਨ੍ਹਾਂ ਦੇ ਕੋਲ ਜੌਬ ਆਫਰ ਹੈ ਅਤੇ ਉਹ ਪਾਲਿਸੀ ਅਧੀਨ ਅਪਲਾਈ ਕਰਨ ਦੀਆਂ ਬਾਕੀ ਸ਼ਰਤਾਂ ਨੂੰ ਪੂਰਾ ਕਰਦੇ ਹਨ, ਉਹ 31 ਅਗਸਤ 2021 ਤੱਕ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਦੇ ਹਨ। ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ 1000 ਦੇ ਕਰੀਬ ਲੋਕਾਂ ਨੂੰ ਅਗਸਤ 2020 ਦੇ ਵਿੱਚ ਲਾਂਚ ਹੋਈ ਇਸ ਪਬਲਿਕ ਪਾਲਿਸੀ ਦੇ ਅਧੀਨ ਲਾਭ ਲਿਆ ਹੈ। ਮਤਲਬ ਕਿ 1000 ਦੇ ਕਰੀਬ ਲੋਕ ਅਜਿਹੇ ਨੇ ਜਿਨ੍ਹਾਂ ਨੇ ਅਗਸਤ 2020 ਦੇ ਵਿੱਚ ਲਾਂਚ ਹੋਈ ਇਸ ਨਵੀਂ ਪਾਲਿਸੀ ਦੇ ਅਧੀਨ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਹਾਸਿਲ ਕੀਤਾ ਹੈ। ਹੁਣ ਰੁੱਖ ਕਰਦੇ ਹਾਂ ਤੀਸਰੀ ਅਪਡੇਟ ਦੇ ਵੱਲ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਪ੍ਰਵਾਸੀਆਂ ਤੇ ਰੱਜ ਕੇ ਹੋਇਆ ਮਿਹਰਬਾਨ। ਸਾਲ 2021 ਦੇ ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪ੍ਰਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਤਲਬ ਕੈਨੇਡਾ ਇਮੀਗ੍ਰੇਸ਼ਨ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਇਸ ਅਪਡੇਟ ਨੂੰ ਕੈਨੇਡਾ ਵੱਲੋਂ ਲਗਾਤਾਰ ਦੂਸਰੇ ਦਿਨ ਪ੍ਰਵਾਸੀਆਂ ਨੂੰ ਦਿੱਤਾ ਗਿਆ ਇੱਕ ਹੋਰ ਵੱਡਾ ਤੋਹਫਾ ਵੀ ਕਹਿ ਸਕਦੇ ਹਾਂ ਅਤੇ ਇਸ ਦੇ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ। ਪਰ ਉਸ ਤੋਂ ਪਹਿਲਾਂ ਚੱਲਦੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਹੁਣ ਵੱਧਦੇ ਹਾਂ ਅਪਡੇਟ ਦੇ ਵੱਲ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2021 ਲਈ ਹੁਣ ਤੱਕ ਦਾ ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾ 13 ਫਰਵਰੀ ਨੂੰ ਕੱਢਿਆ ਗਿਆ ਸੀ ਅਤੇ ਇਸ ਡਰਾ ਦੇ ਵਿੱਚ ਜੋ ਸੀਆਰਆ ਸਕੋਰ ਰਿਹਾ ਸੀ ਅਤੇ ਜਿੰਨੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਪੀਆਰ ਦੇ ਲਈ ਅਪਲਾਈ ਕਰਨ ਦੇ ਲਈ ਜੋ ਸੱਦੇ ਜਾਰੀ ਕੀਤੇ ਗਏ ਸਨ, ਉਹਨਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਵੱਲੋਂ 13 ਫਰਵਰੀ ਨੂੰ ਕੱਢੇ ਗਏ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਸੀ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ। ਇਸ ਡਰਾ ਵਿੱਚ ਕੁੱਲ 27,332 ਉਮੀਦਵਾਰਾਂ ਨੂੰ ਇਨਵਾਈਟ ਕੀਤਾ ਗਿਆ ਸੀ ਅਤੇ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਦੇ ਵਾਸਤੇ, ਜੋ ਕਿ ਇੱਕ ਬਹੁਤ ਵੱਡੀ ਗਿਣਤੀ ਹੈ। ਅਤੇ ਇਸ ਡਰਾ ਦੇ ਵਿੱਚ ਜੋ ਸੀਆਰ ਸਕੋਰ ਰਿਹਾ ਸੀ ਉਹ ਸੀ 75, ਜੋ ਕਿ ਹੁਣ ਤੱਕ ਦਾ ਸਭ ਤੋਂ ਘੱਟ ਸੀਆਰ ਸਕੋਰ ਹੈ। ਅਤੇ 31 ਮਾਰਚ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀਆਂ 'ਤੇ ਮਿਹਰਬਾਨ ਹੁੰਦੇ ਹੋਏ ਇੱਕ ਹੋਰ ਨਵਾਂ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਸੀ ਅਤੇ ਨਾਲ ਹੀ ਹੁਣ ਦੂਸਰੇ ਦਿਨ ਲਗਾਤਾਰ ਇੱਕ ਹੋਰ ਵੱਡਾ ਐਕਸਪ੍ਰੈਸ ਐਂਟਰੀ ਡਰਾ ਕੱਢਿਆ ਹੈ ਅਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਦੇ ਲਈ ਸੱਦੇ ਭੇਜੇ ਗਏ ਨੇ। 1 ਅਪ੍ਰੈਲ 2021 ਨੂੰ ਕੱਢੇ ਗਏ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਕੁੱਲ 5000 ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਨੇ ਅਤੇ ਇਸ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਜੋ ਸੀਆਰਐ ਸਕੋਰ ਰਿਹਾ ਹੈ ਉਹ ਹੈ 432। ਕੈਨੇਡਾ ਦੇ ਵੱਲੋਂ ਇੱਕ ਵਾਰ ਫਿਰ ਇੰਨੀ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਕੈਨੇਡਾ ਦੇ ਪੀਆਰ ਦੇ ਲਈ ਅਪਲਾਈ ਕਰਨ ਦੇ ਲਈ ਸੱਦੇ ਭੇਜਣਾ ਇੱਕ ਬਹੁਤ ਚੰਗੀ ਖਬਰ ਹੈ ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਮੁਬਾਰਕਾਂ ਜਿਨ੍ਹਾਂ ਲੋਕਾਂ ਨੂੰ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਇਨਵੀਟੇਸ਼ਨ ਮਿਲਿਆ ਹੈ। ਅਤੇ ਕੈਨੇਡਾ ਦੇ ਵੱਲੋਂ ਕੱਢਿਆ ਗਿਆ ਇਹ ਐਕਸਪ੍ਰੈਸ ਐਂਟਰੀ ਡਰਾ ਸਾਲ 2021 ਦੇ ਅਪ੍ਰੈਲ ਮਹੀਨੇ ਦੌਰਾਨ ਕੱਢਿਆ ਗਿਆ ਪਹਿਲਾ ਐਕਸਪ੍ਰੈਸ ਐਂਟਰੀ ਡਰਾ ਹੈ ਅਤੇ ਇਸ 1 ਅਪ੍ਰੈਲ ਨੂੰ ਕੱਢੇ ਗਏ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 5000 ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਨੇ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ। ਹੁਣ ਰੁੱਖ ਕਰਦੇ ਹਾਂ ਚੌਥੀ ਅਪਡੇਟ ਦੇ ਵੱਲ। ਕੈਨੇਡਾ ਦੇ ਭਾਰਤ ਵਿੱਚ ਸਥਿਤ VACs ਦੇ ਵਿੱਚ ਨਵੀਂ ਸਰਵਿਸ ਹੋਈ ਸ਼ੁਰੂ। ਜਾਣੋ ਕਿਹੜੀ ਕੈਟਾਗਰੀ ਲਈ ਹੋਇਆ ਐਲਾਨ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਸਮੇਂ-ਸਮੇਂ ਉੱਤੇ ਨਵੀਆਂ ਅਪਡੇਟਸ ਅਤੇ ਜਾਣਕਾਰੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਸ਼ੇਅਰ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ। ਜਿਵੇਂ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਬਾਰੇ ਨਵੀਆਂ ਅਪਡੇਟਸ ਅਤੇ ਬਾਇਓਮੈਟ੍ਰਿਕ ਅਪਾਇੰਟਮੈਂਟ ਦੀ ਬੁਕਿੰਗ ਬਾਰੇ ਜਾਣਕਾਰੀਆਂ ਅਤੇ ਹੋਰ ਕਈ ਅਪਡੇਟਸ ਬਾਰੇ ਜਾਣਕਾਰੀ ਹਾਈ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ। ਅਤੇ ਹੁਣ ਜੋ ਨਵੇਂ ਐਲਾਨ ਦੇ ਬਾਰੇ ਜਾਣਕਾਰੀ ਹਾਈ ਕਮਿਸ਼ਨ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 7 ਅਪ੍ਰੈਲ ਤੋਂ ਭਾਰਤ ਵਿੱਚ ਸਥਿਤ ਵੀਜ਼ਾ ਐਪਲੀਕੇਸ਼ਨ ਸੈਂਟਰਸ ਹੁਣ ਉਹਨਾਂ ਮਾਪਿਆਂ ਅਤੇ ਦਾਦਾ ਦਾਦੀ ਲਈ ਬਾਇਓਮੈਟ੍ਰਿਕ ਐਨਰੋਲਮੈਂਟ ਰਿਕੁਐਸਟ ਨੂੰ ਸਵੀਕਾਰ ਕਰ ਰਹੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਕੈਨੇਡਾ ਵਿੱਚ ਫੈਮਿਲੀ ਕਲਾਸ ਕੈਟਾਗਰੀ ਅਧੀਨ ਸਪਾਂਸਰ ਕੀਤਾ ਗਿਆ ਹੈ। ਅਤੇ ਤੁਸੀਂ ਹਾਈ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਟਵੀਟ ਸਕਰੀਨ ਉੱਪਰ ਦੇਖ ਸਕਦੇ ਹੋ। ਦੂਸਰੇ ਟਵੀਟ ਦੇ ਵਿੱਚ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਤੁਹਾਡੇ ਕੋਲ VAC ਅਤੇ ਬਾਇਓਮੈਟ੍ਰਿਕ ਦਾਖਲੇ ਸੰਬੰਧੀ ਕੋਈ ਪ੍ਰਸ਼ਨ ਹੈ ਤਾਂ ਕਿਰਪਾ ਕਰਕੇ ਆਪਣੇ ਮੋਬਾਈਲ ਫੋਨ ਨਾਲ QR ਕੋਡ ਨੂੰ ਸਕੈਨ ਕਰਕੇ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਵਾਲੇ ਸੈਕਸ਼ਨ ਨੂੰ ਜ਼ਰੂਰ ਚੈੱਕ ਕਰੋ। ਇਹ ਸਨ 2 ਟਵੀਟ ਜਿਨ੍ਹਾਂ ਜ਼ਰੀਏ ਹਾਈ ਕਮਿਸ਼ਨ ਦੇ ਵੱਲੋਂ ਨਵੇਂ ਐਲਾਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਤੇ ਹੁਣ 7 ਅਪ੍ਰੈਲ ਤੋਂ ਮਤਲਬ ਉਹਨਾਂ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਲਈ ਬਾਇਓਮੈਟ੍ਰਿਕ ਐਨਰੋਲਮੈਂਟ ਦੀਆਂ ਰਿਕੁਐਸਟ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਵੱਲੋਂ ਫੈਮਿਲੀ ਕਲਾਸ ਦੇ ਅਧੀਨ ਸਪਾਂਸਰ ਕੀਤਾ ਗਿਆ ਹੈ। ਕੈਨੇਡਾ ਦੇ 2 ਸੂਬਿਆਂ ਨੇ ਕੱਢੇ ਨਵੇਂ PNP ਡਰਾ, ਵੱਡੀ ਗਿਣਤੀ ਵਿੱਚ ਜਾਰੀ ਕੀਤੇ ਸੱਦੇ। ਕੈਨੇਡਾ ਦੇ 2 ਅਲੱਗ-ਅਲੱਗ ਸੂਬਿਆਂ ਦੇ ਵੱਲੋਂ ਇਮੀਗ੍ਰੇਸ਼ਨ ਡਰਾ ਕੱਢੇ ਗਏ ਹਨ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਲੋਂ ਕੱਢੇ ਗਏ PNP ਡਰਾ ਤੋਂ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਲੋਂ 112ਵਾਂ PNP ਡਰਾ ਕੱਢਿਆ ਗਿਆ ਹੈ ਅਤੇ ਨਾਲ ਹੀ ਪ੍ਰਵਾਸੀਆਂ ਨੂੰ ਕੈਨੇਡਾ ਦੀ PR ਵਾਸਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕਰਨ ਦੇ ਲਈ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ।
ਕੈਨੇਡਾ ਦੇ ਸੂਬੇ ਮੈਨੀਟੋਬਾ ਵੱਲੋਂ ਨਵਾਂ PNP ਡਰਾ 8 ਅਪ੍ਰੈਲ 2021 ਨੂੰ ਕੱਢਿਆ ਗਿਆ ਹੈ ਅਤੇ ਇਸ ਡਰਾ ਦੇ ਵਿੱਚ ਕੁੱਲ 243 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਅਤੇ ਮੈਨੀਟੋਬਾ ਵੱਲੋਂ ਕੱਢਿਆ ਗਿਆ ਇਹ ਨਵੇਂ PNP ਡਰਾ ਦੇ ਵਿੱਚ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ 3 ਇਮੀਗ੍ਰੇਸ਼ਨ ਸਟਰੀਮ ਦੇ ਜ਼ਰੀਏ ਸੱਦੇ ਭੇਜੇ ਗਏ ਨੇ, ਜਿਸ ਵਿੱਚ ਪਹਿਲੀ ਸਟਰੀਮ ਸਕਿਲਡ ਵਰਕਰ ਇਨ ਮੈਨੀਟੋਬਾ, ਦੂਸਰੀ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਤੀਸਰੀ ਸਕਿਲਡ ਵਰਕਰ ਓਵਰਸੀਜ਼ ਸਟਰੀਮ ਹੈ। ਸਕਿਲਡ ਵਰਕਰ ਇਨ ਮੈਨੀਟੋਬਾ 208 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਨੇ ਅਤੇ ਜੋ ਸੀਆਰਐਸ ਸਕੋਰ ਹੈ ਉਹ ਹੈ 456। ਸਕਿਲਡ ਵਰਕਰ ਓਵਰਸੀਜ਼ 14 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਨੇ ਅਤੇ ਜੋ ਸੀਆਰਐਸ ਸਕੋਰ ਹੈ ਉਹ ਹੈ 708। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ 21 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਨੇ। ਕੈਨੇਡਾ ਦੇ ਸੂਬੇ ਮੈਨੀਟੋਬਾ ਵੱਲੋਂ 8 ਅਪ੍ਰੈਲ 2021 ਨੂੰ ਕੱਢੇ ਗਏ ਨਵੇਂ PNP ਡਰਾ ਦੇ ਵਿੱਚ ਕੁੱਲ 243 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ ਨੇ। ਹੁਣ ਵੱਧਦੇ ਹਾਂ ਕੈਨੇਡਾ ਦੇ ਸੂਬੇ ਸਸਕੈਚੁਅਨ ਵੱਲੋਂ ਕੱਢੇ ਗਏ ਇਮੀਗ੍ਰੇਸ਼ਨ ਡਰਾ ਦੇ ਵੱਲ। ਕੈਨੇਡਾ ਦੇ ਸੂਬੇ ਸਸਕੈਚੁਅਨ ਦੇ ਵੱਲੋਂ 8 ਅਪ੍ਰੈਲ ਨੂੰ ਇੱਕ ਨਵੇਂ ਇਮੀਗ੍ਰੇਸ਼ਨ ਡਰਾ ਕੱਢਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਸੱਦੇ ਭੇਜੇ ਗਏ ਨੇ। ਸਸਕੈਚੁਅਨ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਦੇ ਇਸ ਨਵੇਂ ਡਰਾ ਦੇ ਵਿੱਚ ਕੁੱਲ 279 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਅਤੇ ਜੋ ਸਕੋਰ ਰਿਹਾ ਇਸ ਡਰਾ ਦੇ ਵਿੱਚ ਉਹ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ। 146 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਕੈਟਾਗਰੀ ਅਧੀਨ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਅਤੇ 173 ਇਨਵੀਟੇਸ਼ਨ ਆਕੂਪੇਸ਼ਨ ਇਨ ਡਿਮਾਂਡ ਕੈਟਾਗਰੀ ਵਿੱਚ ਜਾਰੀ ਕੀਤੇ ਗਏ ਨੇ ਅਤੇ ਇਹਨਾਂ ਇਨਵੀਟੇਸ਼ਨ ਦੀ ਕੁੱਲ ਗਿਣਤੀ 279 ਹੈ। ਇਹ ਹੁਣ ਰੁਖ ਕਰਦੇ ਹਾਂ 6ਵੀਂ ਅਪਡੇਟ ਦੇ ਵੱਲ। ਕੈਨੇਡਾ ਆਉਣ ਵਾਲੇ ਨਵੇਂ ਲੋਕਾਂ ਦੇ ਲਈ IRCC ਨੇ ਜਾਰੀ ਕੀਤੀ ਨਵੀਂ ਅਪਡੇਟ। ਕੈਨੇਡਾ ਨੂੰ ਅਗਰ ਸੁਪਨਿਆਂ ਦਾ ਦੇਸ਼ ਕਿਹਾ ਜਾਵੇ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ, ਕਿਉਂਕਿ ਕੈਨੇਡਾ ਜਾ ਕੇ ਵਸਣਾ ਹਰ ਕਿਸੇ ਦਾ ਸੁਪਨਾ ਹੈ, ਖਾਸ ਕਰਕੇ ਪੰਜਾਬ ਹਰਿਆਣਾ ਦੇ ਵਾਸੀਆਂ ਦਾ। ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾ ਕੇ ਵਸਣਾ ਅਤੇ ਉੱਥੇ ਜਾ ਕੇ ਸਰਵਾਈਵ ਕਰਨਾ ਇੱਕ ਨਵੇਂ ਇਨਸਾਨ ਦੇ ਲਈ ਮੁਸ਼ਕਿਲ ਅਤੇ ਦਿੱਕਤਾਂ ਭਰਿਆ ਹੋ ਸਕਦਾ ਹੈ, ਕਿਉਂਕਿ ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣਾ ਬਹੁਤ ਸਾਰੀ ਚੀਜ਼ਾਂ ਅਤੇ ਕਈ ਵਾਰ ਜ਼ਿੰਦਗੀ ਹੀ ਬਦਲ ਦਿੰਦਾ ਹੈ। ਇੰਡੀਆ ਤੋਂ ਕੈਨੇਡਾ ਨਵੇਂ ਜਾਣ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੁੰਦੀਆਂ ਹਨ, ਖਾਸ ਕਰਕੇ ਉਹ ਵਿਦਿਆਰਥੀ ਜੋ ਇੰਡੀਆ ਤੋਂ ਕੈਨੇਡਾ ਪੜ੍ਹਾਈ ਕਰਨ ਦੇ ਲਈ ਜਾਂਦੇ ਹਨ। ਉਹਨਾਂ ਦੇ ਲਈ ਕੈਨੇਡਾ ਵਿੱਚ ਪੜ੍ਹਾਈ ਦੇ ਨਾਲ ਨਾਲ ਆਪਣੀ ਜੀਵਿਕਾ ਨੂੰ ਚਲਾਉਣ ਦੇ ਲਈ ਪੈਸਾ ਵੀ ਹੋਣਾ ਜ਼ਰੂਰੀ ਹੈ, ਜੋ ਉਹਨਾਂ ਨੂੰ ਉੱਥੇ ਜਾ ਕੇ ਆਪਣੀ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਦੇ ਲਈ ਮਜਬੂਰ ਕਰਦਾ ਹੈ। ਕੈਨੇਡਾ ਗੌਰਮੈਂਟ ਹਮੇਸ਼ਾ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਦੀ ਭਲਾਈ ਦੇ ਬਾਰੇ ਸੋਚਦੀ ਹੈ ਅਤੇ ਇਸੇ ਕਰਕੇ ਕੈਨੇਡਾ ਗੌਰਮੈਂਟ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਚਲਾਏ ਗਏ ਹਨ, ਜਿਸ ਵਿੱਚ ਮੁੱਖ ਤੌਰ ਦੇ ਉੱਤੇ ਮੈਂਟਲ ਹੈਲਥ ਪ੍ਰੋਗਰਾਮ ਹੈ। ਕੈਨੇਡਾ ਨੇ ਹਰ ਸਮੇਂ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦਾ ਖੁੱਲ੍ਹ ਕੇ ਭਾਵ ਕਿ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਕੀਤਾ ਹੈ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਵੱਲੋਂ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੇ ਲਈ ਇੱਕ ਅਪਡੇਟ ਸ਼ੇਅਰ ਕੀਤੀ ਗਈ ਹੈ। ਇਹ ਅਪਡੇਟ IRCC ਦੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਕੀ ਕਿਹਾ ਗਿਆ ਹੈ ਆਓ ਜਾਣਦੇ ਹਾਂ। ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਹੋ ਤਾਂ ਨਿਊ ਕਮਰ ਸਰਵਿਸਿਜ਼ ਤੁਹਾਡੀ ਮਦਦ ਕਰ ਸਕਦੀ ਹੈ ਉਹ ਸਾਰੀ ਇਨਫੋਰਮੇਸ਼ਨ ਹਾਸਲ ਕਰਨ ਦੇ ਵਿੱਚ ਜੋ ਤੁਹਾਨੂੰ ਕੈਨੇਡਾ ਦੇ ਵਿੱਚ ਨਿਊ ਲਾਈਫ ਸਟਾਰਟ ਕਰਨ ਦੇ ਲਈ ਚਾਹੀਦੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਵੱਲੋਂ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ। ਤੁਸੀਂ ਕੈਨੇਡਾ ਦੇ ਵੱਲੋਂ ਕੀਤਾ ਗਿਆ ਟਵੀਟ ਆਪਣੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ। ਆਓ ਹੁਣ ਇੱਕ ਵਾਰ ਇਹ ਵੀ ਜਾਣ ਲੈਂਦੇ ਹਾਂ ਕਿ ਆਖਰ ਕਿਹੜੀਆਂ ਸਰਵਿਸਿਜ਼ ਅਵੇਲੇਬਲ ਹਨ ਇਸ ਦੇ ਵਿੱਚ। ਪਹਿਲੀ ਹੈ ਸੈਟਲਮੈਂਟ ਪ੍ਰੋਫੈਸ਼ਨਲ ਇਨ ਯੂਰ ਏਰੀਆ, ਜੋ ਤੁਹਾਡੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਨ। ਦੂਸਰੀ ਹੈ ਜੌਬ ਸੰਬੰਧੀ ਸਰਵਿਸ। ਤੀਸਰੀ ਹੈ ਮੈਂਟਲ ਹੈਲਥ ਸੰਬੰਧੀ ਸਰਵਿਸਿਜ਼, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਆ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਰਵਿਸਿਜ਼ ਹਨ। ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਨੀਚੇ ਕਮੈਂਟ ਬਾਕਸ ਵਿੱਚ ਪਿੰਨ ਕੀਤੇ ਲਿੰਕ 'ਤੇ ਜਾ ਕੇ ਇਹਨਾਂ ਸਰਵਿਸਿਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਸਨ ਕੈਨੇਡਾ ਇਮੀਗ੍ਰੇਸ਼ਨ ਬਾਰੇ ਕੁਝ ਖਾਸ ਅਪਡੇਟਸ ਜੋ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਈਆਂ। ਅਗਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ। ਬਿਊਰੋ ਰਿਪੋਰਟ, ਖਬਰ ਪੰਜਾਬੀ।